सतगुर के मन पार ब्रह्म है, पार ब्रह्म छड़ाई। गुर सतगुर की वड्याई, गुर सतगुर की वड्याई, गुर सतगुर की वड्याई, गुर सतगुर की वड्याई। गुर सिखा के मन भावी, गुर सिखा के मन भावी, गुर सिखा के मन भावी, गुर सिखा के मन भावी। गुर सतगुर की वड्याई, गुर सतगुर की वड्याई, गुर सतगुर की वड्याई, गुर सतगुर की वड्याई। सतगुर ताण दीवान हर, तेन सब आण निवाई। गुर सतगुर ताण दीवान हर, तेन सब आण निवाई। तिन सब आण निभाई, तिन सब आण निभाई। सतगुर ताण दीवान हर, तिन सब आण निभाई। जिन दिखा मेरा सतगुर होकर, तिनके सब पाप गवाई। गुर सतगुर की वड्याई, गुर सतगुर की वड्याई, गुर सतगुर की वड्याई। गुर सिखा के मन भावी, गुर सिखा के मन भावी, गुर सिखा के मन भावी, गुर सिखा के मन भावी। गुर सतगुर की वड्याई, गुर सतगुर की वड्याई, गुर सतगुर की वड्याई, गुर सतगुर की वड्याई। हर
आई। गुरसिੱਖਾਂ के मन पावती, गुरसिੱਖਾਂ के मन पावती, गुरसिੱਖਾਂ के मन पावती, गुरसिੱਖਾਂ के मन पावती। गुर सतगुर की वਡਿਆਈ, गुर सतगुर की वਡਿਆਈ, गुर सतगुर की वडਿਆਈ, गुर सतगुर की वडਿਆਈ, गुर सतगुर की वडਿਆਈ, गुर सतगुर की वडਿਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਵਡਿਆਈ ਵਿਚਾਰ ਵਿੱਚ ਸਾਰੀ ਸੰਗਤ ਦਾ ਸਵਾਗਤ ਹੈ ਜੀ। ਅੱਜ ਦੀ ਜਾਪ ਤੇ ਸਲੋਕ ਦੀ ਵਾਰੀ ਸਹਿਜਵੀਰ ਸਿੰਘ ਜੀ ਦੀ ਹੈ ਜੀ। ਮੈਂ ਸਹਿਜਵੀਰ ਸਿੰਘ ਜੀ ਨੂੰ ਰਿਕੁਐਸਟ ਕਰਾਂਗਾ ਕਿ ਉਹ ਪਲੀਜ਼ ਜਾਪ ਦੀ ਸੇਵਾ ਆਰੰਭ ਕਰਨ ਜੀ। ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਬਹੁਤ ਹੀ ਵਧੀਆ ਜਾਪ ਕਰਾਇਆ ਜੀ ਸਹਿਜਵੀਰ ਸਿੰਘ ਜੀ ਨੇ। ਤੇ ਮੈਂ ਹੁਣ ਸਹਿਜਵੀਰ ਸਿੰਘ ਜੀ ਨੂੰ ਹੀ ਰਿਕੁਐਸਟ ਕਰਾਂਗਾ ਕਿ ਉਹ ਪਲੀਜ਼ ਸ਼ਲੋਕ ਪੜ੍ਹਨ ਦੀ ਸੇਵਾ ਆਰੰਭ ਕਰਨ ਜੀ। मैं पाए मत सुहागनी ओह जो कबीर चरण कमल की मौज को कह कैसे उन्मान, साहिबे को शोभा नहीं देखा ही परवान। कबीर चरण कमल की मौज को कह कैसे उन्मान, कहबे को शोभा नहीं देखा ही परवान। कबीर देख कह के कहो कहे न को पतियाए, हर जैसा तैसा ओही रहो हर जैसा तैसा ओही रहो हरक गुण गाए। कबीर देख कह के कहो कहे न को पतियाए, हर जैसा तैसा ओही रहो हरक गुण गाए। मौज को लहर दा हुलारे दा कहे दसे कैसे किवें, उन्मान तोल अंदाजा कीमत, कहबे को बयान करन नाल, परवान प्रमाणिक मनन जो, के ही कहो मैं आखां, पतियाए भतीजता तसल्ली हुंदी आनंद आउंदा, रहो मैं रहंदा हां हरक खुशी विच खेड़े विच गाए गा के। अर्थ हे कबीर प्रभु ਦੇ ਸੋਹਣੇ ਚਰਨਾਂ ਵਿੱਚ ਟਿਕੇ ਰਹਿਣ ਦੇ ਹੁਲਾਰੇ ਦਾ ਅੰਦਾਜ਼ਾ ਕਿਵੇਂ ਕੋਈ ਦੱਸ ਸਕਦਾ ਹੈ। ਜੀਵ ਨਾਲ ਉਸ ਮੌਜ ਦਾ ਬਿਆਨ ਕਰਨਾ ਫਬਦਾ ਹੀ ਨਹੀਂ ਹੈ। ਉਹ ਕਿਹੜਾ ਕੁ ਹੁਲਾਰਾ ਹੈ, ਇਹ ਤਾਂ ਉਹ ਹੁਲਾਰਾ ਲਿਆ ਹੀ ਤਸੱਲੀ ਹੁੰਦੀ ਹੈ। ਇਹ ਕਬੀਰ ਉਸ ਪ੍ਰਭੂ ਦਾ ਦੀਦਾਰ ਕਰਕੇ ਮੈਂ ਦੱਸ ਵੀ ਕੁਝ ਨਹੀਂ ਸਕਦਾ ਤੇ ਦੱਸਿਆ ਕਿਸੇ ਨੂੰ ਤਸੱਲੀ ਪਈ ਨਹੀਂ ਹੋ ਸਕਦੀ, ਕਿਉਂਕਿ ਜਗਤ ਵਿੱਚ ਕੋਈ ਸ਼ੈ ਐਸੀ ਨਹੀਂ ਹੈ ਜਿਸ ਵੱਲ ਇਸ਼ਾਰਾ ਕਰਕੇ ਜੇ ਆਖਿਆ ਜਾ ਸਕੇ ਕਿ ਪਰਮਾਤਮਾ ਇਸ ਵਰਗਾ ਹੈ। ਪਰਮਾਤਮਾ ਆਪਣੇ ਵਰਗਾ ਆਪ ਹੀ ਹੈ। ਮੈਂ ਤਾਂ ਸਿਰਫ ਇਹ ਕਹਿ ਸਕਦਾ ਹਾਂ ਕਿ ਉਸ ਦੇ ਗੁਣ ਗਾ ਗਾ ਕੇ ਮੈਂ ਮੌਜ ਵਿੱਚ ਟਿਕਿਆ ਰਹਿੰਦਾ ਹਾਂ। ਵਾਹ। ਮੈਂ ਸਹਿਜਵੀਰ ਜੀ ਨੂੰ ਰਿਕੁਐਸਟ ਕਰਾਂਗਾ ਕਿ ਪਲੀਜ਼ ਉਹ ਆਪਣੇ ਵੀ ਵਿਚਾਰ ਰੱਖਣ ਜੀ ਇਸ ਸ਼ਲੋਕ 'ਤੇ। ਇਸ ਸ਼ਲੋਕ ਵਿੱਚ ਭਗਤ ਕਬੀਰ ਜੀ ਕਹਿੰਦੇ ਨੇ ਕਿ ਪਰਮਾਤਮਾ ਦੇ ਚਰਨਾਂ ਦੀ ਚਰਨ ਕਮਲ ਕੀ ਮੌਜ ਕੋ ਕਹਿ ਕੈਸੇ ਉਨਮਾਨ, ਕਿ ਪਰਮਾਤਮਾ ਦੀ ਚਰਨਾਂ ਦੇ ਵਿੱਚ ਰਹਿਣ ਦੀ ਜਿਹੜੀ ਮੌਜ ਨੂੰ ਉਹ ਕਿਸੇ ਚੀਜ਼ ਨਾਲ ਅੰਦਾਜ਼ਾ ਨਹੀਂ ਲਾ ਸਕਦੇ। ਅੱਗੇ ਕਹਿੰਦੇ ਨੇ ਕਹਿਬੇ ਕੋ ਸ਼ੋਭਾ ਨਹੀਂ ਦੇਖਾ ਹੀ ਪਰਵਾਨ, ਭਾਵ ਕਿ ਇਹ ਕਹਿਣ ਨਾਲ ਇਸ ਦੀ ਸ਼ੋਭਾ ਨਹੀਂ ਪਾ ਸਕਦੇ। ਜੋ ਇਸ ਨੂੰ ਦੇਖਦਾ ਹੈ, ਇਸ ਨੂੰ ਮੰਨਦਾ ਹੈ, ਉਹੀ ਉਸ ਮੌਜ ਨੂੰ ਦੱਸ ਸਕਦਾ ਹੈ। ਅੱਗੇ ਕਹਿੰਦੇ ਨੇ ਕਬੀਰ ਦੇਖ ਕਹਿ ਕੇ ਕਹੋ ਕਹੇ ਨਾ ਕੋ ਪਤਿਆਏ। ਕਬੀਰ ਜੀ ਕਹਿੰਦੇ ਨੇ ਮੈਂ ਪਰਮਾਤਮਾ ਨੂੰ ਦੇਖ ਕੇ ਕੀ ਕਹਾਂ, ਮੇਰੇ ਕੋਲ ਮੈਂ ਉਸ ਬਾਰੇ ਕੁਝ ਦੱਸ ਹੀ ਨਹੀਂ ਸਕਦਾ। ਹਰ ਜੈਸਾ ਤੈਸਾ ਉਹੀ ਰਹੋ ਹਰ ਇੱਕ ਗੁਣ ਗਾਏ। ਦਾ ਭਾਵ ਹੈ ਕਿ ਪਰਮਾਤਮਾ
ਜਿਸ ਤਰ੍ਹਾਂ ਹੈ ਉਹ ਆਪ ਹੀ ਹੈ, ਉਸਦੇ ਉੱਤੇ ਕਿਸੇ ਦਾ ਦਬਾਅ ਨਹੀਂ ਚੱਲਦਾ। ਹਰ ਇੱਕ ਗੁਣ ਗਾਏ, ਜੋ ਪਰਮਾਤਮਾ ਦੇ ਗੁਣ ਗਾ ਗਾ ਕੇ ਹੀ ਅਸੀਂ ਉਸ ਬਾਰੇ ਉਸਦਾ ਅਨੁਮਾਨ ਲਗਾ ਸਕਦੇ ਹਾਂ, ਉਸ ਬਾਰੇ ਤਾਂ ਹੀ ਅਸੀਂ ਉਸ ਮੌਜ ਨੂੰ ਆਨੰਦ ਮਹਿਸੂਸ ਕਰ ਸਕਦੇ ਹਾਂਜੀ, ਬਹੁਤ ਵਧੀਆ ਜੀ। ਮੈਂ ਸੰਗਤ ਨੂੰ ਵੀ ਰਿਕੁਐਸਟ ਕਰਾਂਗਾ ਕਿ ਪਲੀਜ਼ ਉਹ ਵੀ ਚੈਟ ਰਾਹੀਂ ਜਾਂ ਫਿਰ ਹੈਂਡ ਰੇਸ ਰਾਹੀਂ ਆਪਣੇ ਵਿਚਾਰ ਰੱਖਣ ਜੀ। ਇਹਨਾਂ ਸ਼ਲੋਕ ਤੋਂ ਦੇਖ ਕੇ ਮੈਨੂੰ ਇੱਕ ਪੰਕਤੀ ਯਾਦ ਆ ਰਹੀ ਸੀ, ਅੰਗ 1290 ਤੇ, ਹਉ ਕਿਆ ਆਖਾ ਇਕ ਜੀਭ ਤੇਰਾ ਅੰਤ ਕਿਨਹੀ ਪਾਇਆ, ਅੰਤ ਨਾ ਕਿਨਹੀ ਪਾਇਆ। ਕਿ ਇਹਦੇ 'ਚ ਗੁਰੂ ਸਾਹਿਬ ਕਹਿੰਦਾ ਹੈ ਕਿ ਹੇ ਪ੍ਰਭੂ, ਮੇਰੀ ਇੱਕ ਜੀਭ ਹੈ, ਮੈਂ ਤੇਰੇ ਕਿਹੜੇ ਕਿਹੜੇ ਗੁਣ ਬਿਆਨ ਕਰਾਂ, ਤੇਰਾ ਅੰਤ ਕਿਸੇ ਨੇ ਨਹੀਂ ਪਾਇਆ। ਕਿ ਮਤਲਬ ਇਹਦੇ 'ਚ ਉਹ ਕਹਿ ਰਿਹਾ ਕਿ ਕਹਿਬੇ ਕੋ ਸ਼ੋਭਾ ਨਹੀਂ, ਦੇਖਾ ਹੀ ਪਰਵਾਨ। ਅਤੇ ਮੈਨੂੰ ਇਹ ਬੜਾ ਰਿਲੇਟਡ ਜਿਹੇ ਲੱਗੇ ਸੀ ਦੋਨੋਂ ਫਰਮਾਨ, ਕਿ ਉਹਦੇ ਇੰਨੇ ਗੁਣ ਨੇ, ਉਸ ਪਰਮਾਤਮਾ ਦੇ ਇੰਨੇ ਗੁਣ ਨੇ, ਇੰਨੇ ਨਾਮ ਨੇ, ਕਿ ਮੇਰੀ ਇੱਕ ਜੀਭ ਹੈ, ਮੈਂ ਉਹਨੂੰ ਕਿੰਨੀ ਵਾਰੀ ਜਿੰਨਾ ਪੂਰੀ ਆਪਣੀ ਜ਼ਿੰਦਗੀ ਵੀ ਜਪਦਾ ਰਹਾਂ, ਨਾਮ ਬੋਲਦਾ ਰਹਾਂ, ਤਾਂ ਵੀ ਉਹਦੇ ਗੁਣ ਨਹੀਂ ਮੁੱਕਣੇ, ਅਤੇ ਮੇਰੇ ਸਵਾਸ ਮੁੱਕ ਜਾਣਗੇ। ਅਤੇ ਇਹ ਹੈ ਇੱਕ ਵਰਿੰਦਰਜੀਤ ਕੌਰ ਦਾ ਹੈਂਡ ਰੇਸ ਹੈ ਜੀ, ਪਲੀਜ਼ ਉਹਨਾਂ ਨੂੰ ਸਪੋਰਟ ਕਰ ਲਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸ਼ਲੋਕ। ਕਬੀਰ चरण कमल की मौज को कह कैसे अनुमान, कहबे को शोभा नहीं, देखा ही परवान। ਇਸ ਵਿੱਚ ਚਰਨ ਕਮਲ ਦੀ ਮੌਜ ਦਾ ਆਨੰਦ ਦੂਜੇ ਨੂੰ ਨਹੀਂ ਦੱਸਿਆ ਜਾ ਸਕਦਾ। ਕਿਸੇ ਚੀਜ਼ ਦੀ ਵਡਿਆਈ ਕਰਨ ਲਈ ਕੋਈ ਪ੍ਰਮਾਣ ਦਿੱਤਾ ਜਾਂਦਾ ਹੈ, ਪਰ ਚਰਨ ਕਮਲ ਦੀ ਲਹਿਰ ਦੀ ਕੋਈ ਨਿਸ਼ਾਨੀ ਪੁੱਛੇ ਤਾਂ ਕੀ ਆਖਿਆ ਜਾਵੇ। ਗੁਰਬਾਣੀ ਵਿੱਚ ਇਹੋ ਜਿਹੇ ਪ੍ਰਸ਼ਨ ਦਾ ਉੱਤਰ ਇੱਕੋ ਹੈ। ਕਹੇ ਰਵਿਦਾਸ ਅਕਥ ਕਥਾ ਬਹੁ ਕਾਇ ਕਰੀਜੈ, ਜੈਸਾ ਤੂੰ ਤੈਸਾ ਤੂੰ ਹੀ ਕਿਆ ਉਪਮਾ ਦੀਜੈ। ਰਵਿਦਾਸ ਜੀ ਆਖਦੇ ਹਨ ਕਿ ਹੇ ਪ੍ਰਭੂ, ਤੇਰੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ। ਤੂੰ ਕੰਗਾਲਾਂ ਨੂੰ ਵੀ ਸ਼ਹਿਨਸ਼ਾਹ ਬਣਾਉਣ ਵਾਲਾ ਹੈ। ਭਾਵੇਂ ਕਿਤਨਾ ਯਤਨ ਕਰੀਏ, ਤੇਰੇ ਗੁਣ ਕਹੇ ਨਹੀਂ ਜਾ ਸਕਦੇ। ਭਾਵ ਪਰਮਾਤਮਾ ਦਾ ਸਿਮਰਨ ਨੀਵਿਆਂ ਨੂੰ ਵੀ ਉੱਚਾ ਕਰ ਦਿੰਦਾ ਹੈ। ਆਪਣੇ ਵਰਗਾ ਤੂੰ ਆਪ ਹੀ ਹੈ। ਜਗਤ ਵਿੱਚ ਕੋਈ ਐਸਾ ਨਹੀਂ ਜਿਸ ਨੂੰ ਤੇਰੇ ਵਰਗਾ ਕਿਹਾ ਜਾ ਸਕੇ। ਜੇ ਕੋਈ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਸਿਫਤ ਕਰਨ ਲਈ ਪ੍ਰਮਾਣ ਲੱਭਣਾ ਚਾਹੇ ਤਾਂ ਨਹੀਂ ਲੱਭ ਸਕੇਗਾ, ਕਿਉਂਕਿ ਇਸ ਬਾਰੇ ਪਹਿਲਾਂ ਹੀ ਸੰਕੇਤ ਹੈ। ਡਿੱਠੇ ਸਭੇ ਥਾਂ ਨਹੀਂ ਤੁਧ ਜਿਹਾ। ਸਤਿਗੁਰੂ ਦੱਸਣ ਦਾ ਵਿਸ਼ਾ ਨਹੀਂ ਹੈ, ਅਨੁਭਵ ਰਾਹੀਂ ਪਛਾਣਿਆ ਜਾ ਸਕਦਾ ਹੈ। ਭਾਵ ਪਰਖ ਗਿਆਨ ਦਾ ਹਿੱਸਾ ਨਹੀਂ। ਕਹਿਣ ਦਾ ਭਾਵ ਚਰਨ ਕਮਲ ਦੀ ਮੌਜ ਦੀ ਤੁਲਨਾ ਕਿਸੇ ਵਸਤੂ ਨਾਲ ਨਹੀਂ ਕੀਤੀ ਜਾ ਸਕਦੀ। ਇਹ ਅਵਸਥਾ ਰਸ ਪ੍ਰੇਮ ਭਰੀ ਕਛ ਬੋਲ ਨਾ ਜਾਣੀ ਵਾਲੀ ਹੈ, ਅਥਵਾ ਜਿਨੇ ਚਾਖੀ ਸੋਈ ਜਾਣੇ, ਗੁੰਗੇ ਕੀ ਮਠਿਆਈ ਵਾਲੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਹੀ ਵਧੀਆ ਆਂਟੀ ਜੀ ਨੇ ਕਿਹਾ। ਆਂਟੀ ਜੀ ਨੇ ਗੱਲ ਕਹੀ ਕਿ ਸਤਿਗੁਰ ਦੱਸਣ ਜਾਣ ਵਾਲੀ ਚੀਜ਼ ਨਹੀਂ ਹੈ, ਅਨੁਭਵ ਕਰਨ ਵਾਲੀ ਹੈ। ਕਿ ਉਹ ਮਤਲਬ ਕੋਈ ਦੱਸ ਹੀ ਨਹੀਂ ਸਕਦਾ ਹੈ, ਕਿਉਂਕਿ ਜਿਹਨੂੰ ਮਿਲ ਗਿਆ ਉਹ ਇੱਕ ਬਾਬਾ ਬਹਾਦਰ ਸਿੰਘ ਜੀ ਨਾ ਇੱਕ ਗੱਲ ਕਿਹਾ ਕਰਦੇ ਸੀਗੇ ਕਿ ਪਰਮਾਤਮਾ ਇਹੋ ਜਿਹਾ ਜਿਹਨੂੰ ਮਿਲ ਗਿਆ ਉਹ ਕਿਸੇ ਨੂੰ ਦੇ ਨਹੀਂ ਸਕਦਾ, ਅਤੇ ਜੋ ਚਾਹੁੰਦਾ ਹੈ ਉਹ ਕਿਸੇ ਤੋਂ ਲੈ ਨਹੀਂ ਸਕਦਾ। ਸਾਰਿਆਂ ਦਾ ਆਪਣੇ ਆਪ ਦਾ ਹੈ, ਆਪਣੀ ਉਸ 'ਤੇ ਹੈ, ਅਤੇ ਸਤਿਗੁਰ ਦੀ ਰਹਿਮਤ 'ਤੇ ਹੈ। ਅਤੇ ਮੈਂ ਹੋਰ ਸੰਗਤ ਨੂੰ ਵੀ ਰਿਕੁਐਸਟ ਕਰਾਂਗਾ ਕਿ ਪਲੀਜ਼ ਉਹ ਵੀ ਹੈਂਡ ਰੇਸ ਕਰਨ। ਹਾਂਜੀ, ਦਿਵਜੋਤ ਸਿੰਘ ਜੀ ਅਤੇ ਜਲਨੀ ਦੀ ਦਾ ਹੈਂਡ ਰੇਸ ਹੈ ਜੀ, ਪਲੀਜ਼ ਉਹਨਾਂ ਨੂੰ ਸਪੋਰਟ ਕਰ ਲਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਮੇਰਾ ਬੜਾ ਅੱਛਾ ਗੁਰੂ ਕਬੀਰ ਜੀ ਨੇ ਫਰਮਾਨ ਯੂਜ਼ ਕੀਤਾ, ਚਰਨ ਕਮਲ ਕੀ ਮੌਜ। ਇੱਥੇ ਅਸੀਂ ਇਹਦੇ ਥੋੜਾ ਫੋਕਸ ਕਰੀਏ ਕਿ ਆਈ ਥਿੰਕ ਇਹ ਸਾਡਾ ਗੋਲ ਹੋਣਾ ਚਾਹੀਦਾ ਜੀ ਲਾਈਫ ਦਾ, ਕਿ ਚਰਨ ਕਮਲ ਕੀ ਮੌਜ ਕੋ ਕਹਿ ਕੈਸੇ ਉਨਮਾਨ।
ਤੇ ਅਸੀਂ ਕਿਹੜੀ ਚੀਜ਼ਾਂ ਦਾ ਅਸੀਂ ਡਿਸਕਸ਼ਨ ਕਰੀਏ ਕਿ ਅਸੀਂ ਚਰਨ ਪਰਮਾਤਮਾ ਦੇ ਚਰਨ ਕਮਲਾਂ ਦੀ ਮੌਜ ਦਾ ਆਨੰਦ ਕਿਵੇਂ ਮਾਣ ਸਕਦੇ ਹਾਂ। ਆਈ ਥਿੰਕ ਇਹ ਐਸੀ ਬਿਰਥੀ ਹੈ, ਇਹ ਪਿਆਰ ਵਾਲੀ, ਸਿਮਰਨ ਵਾਲੀ, ਫਿਰ ਸਾਡੇ ਅੰਦਰ ਚਾਓ ਪੈਦਾ ਹੋਵੇ, ਵਿਕਾਸ ਚਾਓ। ਆਈ ਥਿੰਕ ਇਹ ਚਾਓ ਦੀ ਚਰਨ ਕਮਲ ਕੀ ਮੌਜ ਦਾ ਅਸੀਂ ਆਨੰਦ ਲੈ ਪਾਈਏ। ਇਹਦੇ ਤੇ ਸੰਗਤ ਥੋੜਾ ਜਿਹਾ ਆਪਣੇ ਵਿਚਾਰ ਦੇਵੇ ਕਿ ਅਸੀਂ ਜਿਹੜਾ ਸਾਡੇ ਅੰਦਰ ਪ੍ਰੇਮ ਹੈ, ਉਹ ਚਾਓ ਹੈ, ਮੌਜ ਹੈ, ਹਰ ਵੇਲੇ ਕਿਵੇਂ ਬਣੀ ਰਹੇ। ਤੇ ਇਹ ਆਈ ਥਿੰਕ ਜੇ ਅਸੀਂ ਇਹਨੂੰ ਜੇ ਲੈ ਜਾਈਏ ਨਾਲ, ਸਾਡੇ ਅੰਦਰ ਵੀ ਮੌਜ ਹਰ ਵੇਲੇ ਬਣੀ ਰਹੇ ਤੇ ਬੜਾ ਹੀ ਆਨੰਦ ਆਏਗਾ ਜੀ। ਹਾਂਜੀ, ਮੈਂ ਜਿਵੇਂ ਦਿਵਜੋਤ ਸਿੰਘ ਜੀ ਵੀਰ ਜੀ ਨੇ ਕਿਹਾ ਕਿ ਜਿਹੜੀ ਚਰਨ ਕਮਲ ਕੀ ਮੌਜ ਹੈ, ਉਹ ਉਹਦੇ 'ਚ ਉਹ ਮਤਲਬ ਜਿਹੜੀ ਇਹ ਸਾਨੂੰ ਵੈਸੇ ਇਹਦੇ ਉੱਤੇ ਥੋੜਾ ਫੋਕਸ ਕਰਨਾ ਚਾਹੀਦਾ ਕਿ ਉਹ ਚਰਨ ਕਮਲ ਕੀ ਮੌਜ, ਜਿਹੜੇ ਪਰਮਾਤਮਾ ਦੇ ਜਿਹੜੇ ਚਰਨਾਂ 'ਚ ਦੀ ਮੌਜ ਹੈ, ਉਹਦੇ 'ਚ ਬਿਰਾਜਮਾਨ ਹੋਣ ਦੀ ਮੌਜ ਹੈ, ਚਰਨਾਂ 'ਚ ਜੇ ਸਾਨੂੰ ਆਪਣੇ ਰੱਖ ਲਵੇ ਤਾਂ ਉਹਦੀ ਮੌਜ ਹੈ ਕਿੰਨੀ ਜ਼ਿਆਦਾ। ਤੇ ਮੈਂ ਸੰਗਤ ਨੂੰ ਰਿਕੁਐਸਟ ਕਰਾਂਗਾ ਪਲੀਜ਼ ਉਹ ਹੈਂਡ ਰੇਜ਼ ਜਾਂ ਫਿਰ ਚੈਟ ਰਾਹੀਂ ਪਲੀਜ਼ ਕਰਨ ਜੀ। ਇੱਕ ਇੱਥੇ ਲਵਪ੍ਰੀਤ ਸਿੰਘ ਜੀ ਨੇ ਇੱਕ ਚੈਟ ਕੀਤੀ ਹੈ, ਜਿਨ ਇਹ ਝਾਕੀ ਸੋਈ ਜਾਣੈ ਗੂੰਗੇ ਕੀ ਮਠਿਆਈ, ਕਹੇ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਹਾਂਜੀ, ਇੱਕ ਹਰਪ੍ਰੀਤ ਕੌਰ ਜੀ ਵੀ ਚੈਟ ਵਿੱਚ ਲਿਖ ਰਹੇ ਨੇ, ਹਮ ਨਿਰਗੁਣੇ ਆਰੇ ਗੁਣ ਨਹੀਂ ਕੋਏ, ਤੂੰ ਸਰਬ ਕਲਾ ਕਾ ਗਿਆਤਾ। ਹਾਂਜੀ, ਬਹੁਤ ਵਧੀਆ ਜੀ। ਮੈਂ ਪਲੀਜ਼ ਸੰਗਤ ਨੂੰ ਫਿਰ ਤੋਂ ਇੱਕ ਵਾਰ ਰਿਕੁਐਸਟ ਕਰਾਂਗਾ ਕਿ ਉਹ ਪਲੀਜ਼ ਹੈਂਡ ਰੇਸ ਜਾਂ ਫਿਰ ਚੈਟ ਰਾਹੀਂ ਕਰਨ ਜੀ। ਇੱਕ ਮੈਨੂੰ ਜਿਵੇਂ ਚਰਨ ਕਮਲ ਕੀ ਮੌਜ, ਇੱਕ ਜਿਹੜੇ ਸਾਨੂੰ ਗੁਰੂ ਸਾਹਿਬ ਵੀ ਕਹਿੰਦੇ, ਇੱਕ ਤਾਂ ਜਿਹੜਾ ਚਲੋ ਜਦ ਅਸੀਂ ਨਾਮ ਜਪੋ, ਕਿਰਤ ਕਰੋ ਤੇ ਵੰਡ ਛਕੋ, ਇਹ ਮੈਨੂੰ ਮੇਨਲੀ ਇਹ ਤਿੰਨ ਸਿਧਾਂਤ ਲੱਗਦੇ ਨੇ ਕਿ ਜੇ ਬੰਦਾ ਇਹਨਾਂ ਤਿੰਨਾਂ ਵਿੱਚ ਨਿਪੁੰਨ ਹੋ ਗਿਆ ਕਿ ਹਾਂ ਨਾਮ ਵੀ ਜਪ ਰਿਹਾ, ਪੂਰੇ ਪਰਮਾਤਮਾ ਨਾਲ ਜੁੜਿਆ ਹੋਇਆ, ਕਿਰਤ ਵੀ ਕਰ ਰਿਹਾ ਆਪਣੀ, ਇਹ ਵੀ ਨਹੀਂ ਹੈ ਕਿ ਹਾਂ ਇਕੱਲੇ ਉਹਦੇ ਵਿੱਚ ਹੀ ਲੱਗ ਕੇ ਰਹਿ ਗਿਆ ਨਾਮ ਬਾਣੀ 'ਚ, ਨਾਲ ਨਾਲ ਆਪਣੀ ਇਹ ਦੁਨਿਆਵੀ ਰਿਸਪੌਂਸਿਬਿਲਟੀਜ਼ ਵੀ ਸੰਭਾਲ ਰਿਹਾ। ਇੱਧਰੋਂ ਦੀ ਇਹ ਨਹੀਂ ਹੈ ਕਿ ਇੱਧਰੋਂ ਇਹਨਾਂ ਨੂੰ ਛੱਡ ਕੇ ਭੱਜ ਰਿਹਾ, ਇਹਨਾਂ ਨੂੰ ਸੰਭਾਲ ਰਿਹਾ ਨਾਲ ਨਾਲ। ਤੇ ਨਾਲ ਨਾਲ ਵੰਡ ਛਕੋ, ਇਕੱਲੇ ਦੁਨਿਆਵੀ ਰਿਸਪੌਂਸਿਬਿਲਟੀਜ਼ ਨਹੀਂ, ਆਪਣੀ ਸੋਸ਼ਲ ਰਿਸਪੌਂਸਿਬਿਲਟੀਜ਼ ਵੀ ਸੰਭਾਲ ਰਿਹਾ, ਆਪਣੀ ਸੇਵਾ ਕਰ ਰਿਹਾ। ਤੇ ਇਹ ਮੇਰੇ ਖਿਆਲ ਨਾਲ ਇਹ ਮੈਨੂੰ ਇਹ ਲੱਗਦਾ ਕਿ ਜੇ ਬੰਦਾ ਇਹਨਾਂ ਤਿੰਨ ਚੀਜ਼ਾਂ 'ਚ ਆਪਣਾ ਨਿਪੁੰਨ ਹੋ ਜਾਏ ਕਿ ਹਾਂ ਰੋਜ਼ ਦਾ ਨਾਮ ਬਾਣੀ ਵੀ ਕਰਨਾ ਹੈ ਤੇ ਉਹਦੇ 'ਚ ਆਪਣੀ ਸੋਸ਼ਲ ਰਿਸਪੌਂਸਿਬਿਲਟੀਜ਼ ਤੇ ਜਿਹੜੀ ਦੁਨਿਆਵੀ ਰਿਸਪੌਂਸਿਬਿਲਟੀਜ਼ ਹੈ ਉਹਨਾਂ ਨੂੰ ਵੀ ਸੰਭਾਲ ਲਵੇ। ਬਟ ਹਾਂ ਇਹ ਨਹੀਂ ਹੈ ਕਿ ਸੰਭਾਲਣਾ ਤਾਂ ਹੈ ਅਸੀਂ ਉਹਨਾਂ ਨੂੰ, ਬਟ ਇਹ ਨਹੀਂ ਕਿ ਉਹਨਾਂ ਵਿੱਚ ਹੀ ਰੱਝੇ ਰਹਿ ਜਾਂਦਾ। ਫੋਕਸ ਹਮੇਸ਼ਾ ਪਰਮਾਤਮਾ ਵੱਲ ਹੀ ਹੋਣਾ ਚਾਹੀਦਾ। ਤੇ ਇੱਕ ਬਾਬਾ ਬਹਾਦਰ ਸਿੰਘ ਜੀ ਦੀ ਇੱਕ ਮੈਨੂੰ ਉਹ ਕਈ ਵਾਰੀ ਕਹਿੰਦੇ ਸੀ ਕਿ ਬੰਦੇ ਨੂੰ ਐਵੇਂ ਹੋਣਾ ਚਾਹੀਦਾ ਕਿ ਹੱਥ ਕਾਰ ਵੱਲ ਤੇ ਚਿੱਤ ਯਾਰ ਵੱਲ, ਕਿ ਪਰਮਾਤਮਾ ਵੱਲ ਹਮੇਸ਼ਾ ਆਪਣਾ ਚਿੱਤ ਪਰਮਾਤਮਾ ਵੱਲ ਹੋਵੇ ਤੇ ਜਿਹੜਾ ਹੱਥ ਦੇ ਕਾਰਜ ਨੇ ਉਹ ਇਹ ਆਪਣੇ ਕੰਮਾਂ 'ਚ ਹਮੇਸ਼ਾ ਚੱਲਦੇ ਰਹਿਣ, ਐਕਟਿਵ ਰਹਿਣ। ਹਾਂਜੀ, ਦੋ ਹੈਂਡ ਰੇਸ ਹੈ ਜੀ, ਪਲੀਜ਼ ਸਪੋਟ ਕਰ ਲਓ ਜੀ ਸਹਿਜਵੀਰ ਸਿੰਘ ਜੀ। ਹਾਂਜੀ ਜਸਜੋਤ ਜੀ, ਇੱਕ ਸ਼ਬਦ ਜਦੋਂ ਤੁਸੀਂ ਵਿਚਾਰ ਕਰ ਰਹੇ ਸੀ ਆਇਆ ਸੀ ਚਰਨ ਕਮਲ, ਇਹ ਸ਼ਬਦ ਗੁਰੂ ਅਰਜਨ ਦੇਵ ਜੀ ਦਾ ਹੈ। ਕਵਨ ਸੰਜੋਗ ਮਿਲੋ ਪ੍ਰਭ ਆਪਣੇ, ਪਲ ਪਲ ਨਿਮਖ ਸਦਾ ਹਰ ਜਪਨੇ, ਚਰਨ ਕਮਲ ਪ੍ਰਭ ਕੇ ਨਿਤ ਧਿਆਵੋ, ਕਵਨ ਸੁਮਤ ਜਿਤ ਪ੍ਰੀਤਮ ਪਾਵੋ ਰਹਾਓ। ਆਈ ਥਿੰਕ ਇੱਥੇ ਅੱਗੇ ਆਨਸਰ ਵੀ ਗੁਰੂ ਸਾਹਿਬ ਨੇ ਦਿੱਤਾ ਹੈ, ਐਸੀ ਕਿਰਪਾ ਕਰੋ ਪ੍ਰਭ ਮੇਰੇ, ਹਰ ਨਾਨਕ ਬਿਸਰ ਨਾ ਕਾਹੂ ਬੇਰੇ। ਤੇ ਗੁਰੂ ਸਾਹਿਬ ਆਈ ਥਿੰਕ ਸਾਡਾ ਇਹ ਹੈ ਕਿ ਕਵਨ ਅਸੀਂ ਅਰਦਾਸ ਕਰੀਏ ਗੁਰੂ ਸਾਹਿਬ ਅੱਗੇ, ਕਵਨ ਸੰਜੋਗ ਮਿਲੋ ਪ੍ਰਭ ਆਪਣੇ, ਪਲ ਪਲ ਨਿਮਖ ਸਦਾ ਹਰ ਜਪਨੇ। ਜਦੋਂ ਅਸੀਂ ਉਹਦੇ ਚਰਨਾਂ ਨਾਲ ਹਰ ਵੇਲੇ ਧਿਆਨ ਜੋੜੀ ਰੱਖਾਂਗੇ, ਨਿਮਖ ਵੀ ਸਾਨੂੰ ਭੁੱਲੇ ਨਾ, ਉਹਦੇ ਚਰਨਾਂ ਨਾਲ ਉਹਨੂੰ ਯਾਦ ਕਰਦੇ ਰਹੀਏ, ਗੁਰੂ ਸਾਹਿਬ ਫਿਰ ਕਿਰਪਾ ਕਰਨਗੇ, ਅਸੀਂ ਉਹਦੇ ਚਰਨ ਕਮਲ ਦੀ ਪ੍ਰੀਤ ਸਾਡੀ ਬਣੀ ਰਹੇਗੀ। ਹਾਂਜੀ, ਬਹੁਤ ਵਧੀਆ ਜੀ ਕਿ ਗੁਰੂ ਸਾਹਿਬ ਅੱਗੇ ਇੱਕ ਸਾਨੂੰ ਅਰਦਾਸ ਦੀ ਬਹੁਤ ਲੋੜ ਹੁੰਦੀ ਹੈ ਕਿ ਜੇ ਉਹਦੀ ਆਪ ਦੀ ਹੀ ਕਿਰਪਾ ਕਰਕੇ ਹੀ ਉਹ ਜੋੜਦਾ ਹੈ ਜੀ। ਇੱਕ ਮਨਦੀਪ ਕੌਰ ਜੀ ਦਾ ਹੈਂਡ ਰੇਸ ਹੈ ਜੀ, ਪਲੀਜ਼ ਉਹਨਾਂ ਨੂੰ ਸਪੋਰਟ ਕਰ ਲਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਮੈਨੂੰ ਇਸ ਸ਼ਲੋਕਾਂ ਦੀ ਇਹ ਸਮਝ ਲੱਗੀ ਹੈ ਕਿ ਕਬੀਰ ਜੀ ਸਿਰਫ ਕਹਿ ਰਹੇ ਨੇ ਕਿ ਜਿਵੇਂ ਸਾਰਿਆਂ ਨੇ ਦੱਸਿਆ ਕਿ ਕਬੀਰ ਜੀ ਕਹਿ ਰਹੇ ਨੇ ਕਿ ਜੇ ਮੈਂ ਉਸ ਪਰਮਾਤਮਾ ਦੀ, ਉਸ ਪ੍ਰਭੂ ਦੀ ਜੇ ਮੈਂ ਸਿਫਤ ਸਲਾਹ ਕਿਸੇ ਨੂੰ ਵੀ ਦੱਸਣ ਲੱਗਾ ਤਾਂ ਕੋਈ ਵੀ ਵਿਸ਼ਵਾਸ ਨਹੀਂ ਕਰੇਗਾ। ਇਸ ਲਈ ਉਸਨੂੰ ਜਿਹੜਾ ਉਸਦੇ ਬਾਬਤ ਕੁਛ ਵੀ ਦੱਸਾਂ ਤਾਂ ਕੋਈ ਵਿਸ਼ਵਾਸ ਨਹੀਂ ਕਰੇਗਾ। ਇਸ ਲਈ ਜਿਹੜਾ ਮੈਂ ਉਸਨੂੰ ਦੇਖ ਕੇ ਜੇ ਕੋਈ ਮੈਂ ਵੀ ਦੇਖਾਂ ਤੇ ਕੋਈ ਹੋਰ ਵੀ ਜੇ ਕੋਈ ਦੇਖ ਕੇ ਹੀ ਵਿਸ਼ਵਾਸ ਕਰ ਸਕਦਾ है। जी कबीर चरण कमल की मौज को कैसे अनुमान, ये इससे विच है कि मैं अनुमान भी नहीं कोई लगा सकता। अगला कबीर देख कह कहो कहे न को बतियाए, हर जैसा तैसा हो ही रहे हो हर गुण गाए। ये कबीर जी कहते हैं कि देख के कोई कह नहीं सकता कि वो किवें दा है, ना मेरी गल ते कोई विश्वास कर सकता है। हर जैसा तैसा हो ही रहे हो हर गुण गाए, भी जिवें दा है जिवें दा मर्जी है पर वो अपने आप च ओही है, सारियां दा करता करनहार ओही है ते हर गुण गाए। ते मैं उसदे गुण गाना चाਹੁੰਦਾ ਹਾਂ, ਉਸਦੇ ਗੁਣ ਹੀ ਗਾਣਾ ਚਾਹੁੰਦਾ ਹਾਂ, ਉਸਦੇ ਗੁਣ ਮੈਂ ਸਾਰਿਆਂ ਨੂੰ ਕਹਿਣਾ ਕਿ ਉਸਦੇ ਗੁਣ ਹੀ ਗਾਓ। ਤੇ ਪਰ ਉਸਦੀ ਜਿਹੜੀ ਉਸਤੇ ਤੇ ਉਸਤੇ ਕੋਈ ਅਨੁਮਾਨ ਨਹੀਂ ਲਗਾ ਸਕਦਾ ਕਿ ਉਸਨੂੰ ਕੋਈ ਦੇਖ ਕੇ ਹੀ ਵਿਸ਼ਵਾਸ ਕਰ ਸਕਦਾ ਹੈ। ਮੇਰੇ ਤੇ ਕੋਈ ਵਿਸ਼ਵਾਸ ਨਹੀਂ ਕਰ ਸਕਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਮੈਂ ਹੁਣ ਇੱਕ ਵਾਰੀ ਸਹਿਜਵੀਰ ਸਿੰਘ ਜੀ ਨੂੰ ਰਿਕੁਐਸਟ ਕਰਾਂਗਾ ਕਿ ਪਲੀਜ਼ ਉਹ ਅਗਲਾ ਫਰਮਾਨ ਵੀ ਪੜ੍ਹ ਦੇਣ ਜੀ। कबीर जुगै चितारै पी जुगै, जुग जुग चितारे, जैसे बचरै कूंज मन, माया ममता रे। कबीर जुगै चितारै पी जुगै, जुग जुग चितारे, जैसे बचरै कूंज मन, माया ममता रे। पदक जुगै ਚੋਗਾ ਚੁੱਕਦੀ ਹੈ, ਚਿਤਾਰੈ ਆਪਣੇ ਬੱਚਿਆਂ ਦਾ ਚੇਤਾ ਕਰਦੀ ਹੈ। ਵੀ ਮੁੜ ਫਿਰ ਚੁਗ 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 ਚਿਤਾਰੇ ਚੁਗ ਚੁਗ ਕੇ ਬੱਚਿਆਂ ਦਾ ਚੇਤਾ ਕਰਦੀ ਹੈ। ਚੋਗਾ ਵੀ ਚੁੱਕਦੀ ਹੈ ਤੇ ਬੱਚਿਆਂ ਦਾ ਚੇਤਾ ਵੀ ਕਰਦੀ ਹੈ। ਬਚਰੈ ਬੱਚਿਆਂ ਦਾ, ਮਮਤਾ ਇਹ ਖਿਆਲ ਕਿ ਮਾਇਆ ਮੇਰੀ ਬਣ ਜਾਏ ਮਲਕੀਅਤ ਦੀ ਤਾਂਗ। ਤੇ ਇਹ ਭਾਈ ਅਰਥ, ਇਹ ਕਬੀਰ ਗੂੰਜ ਚੋਗਾ ਚੁਗਦੀ ਹੈ ਤੇ ਆਪਣੇ ਬੱਚਿਆਂ ਦਾ ਵੀ ਚੇਤਾ ਕਰਦੀ ਹੈ। ਮੁੜ ਚੁਗਦੀ ਹੈ, ਚੋਗਾ ਵੀ ਚੁਗਦੀ ਹੈ ਤੇ ਬੱਚਿਆਂ ਦਾ ਚੇਤਾ ਵੀ ਕਰਦੀ ਹੈ। ਜਿਵੇਂ ਗੂੰਜ ਦੀ ਸੁਰਤ ਹਰ ਵੇਲੇ ਆਪਣੇ ਬੱਚਿਆਂ ਵਿੱਚ ਰਹਿੰਦੀ ਹੈ, ਤਿਵੇਂ ਇਹ ਭਾਈ ਹਰਕਾ ਸਿਮਰਨ ਛੱਡ ਕੇ ਮਨੁੱਖ ਦਾ ਮਨ ਮਾਇਆ ਦੀ ਮਲਕੀਅਤ ਦੀ ਤਾਂਗ ਵਿੱਚ ਟਿਕਿਆ ਰਹਿੰਦਾ ਹੈ। ਹਾਂਜੀ, ਬਹੁਤ ਵਧੀਆ ਜੀ। ਮੈਂ ਸਹਿਜਪ੍ਰੀਤ ਸਿੰਘ ਜੀ ਨੂੰ ਰਿਕੁਐਸਟ ਕਰਾਂਗੇ ਉਹ ਪਲੀਜ਼ ਆਪਣੇ ਵੀ ਵਿਚਾਰ ਰੱਖਣ ਜੀ। ਜਿਵੇਂ ਹੁਣੇ ਪਹਿਲਾ ਵਿਚਾਰ ਹੋਈ ਹੈ ਕਿ ਚਿੱਤ ਕਾਰਵਲ, ਚਿੱਤ ਤੇ ਚਿੱਤ ਯਾਰ ਵੱਲ। ਇਸੇ ਤਰ੍ਹਾਂ ਜਿਵੇਂ ਇੱਕ ਕੂੰਜ ਜਿਹੜਾ ਪੰਛੀ ਹੈ ਉਹ ਜਿਵੇਂ ਆਪਣਾ ਚੋਗਾ ਚੁਗਦਾ ਹੈ ਤੇ ਆਪਣੇ ਬੱਚਿਆਂ ਦਾ ਚੇਤਾ ਕਰਦਾ ਹੈ ਕਿ ਉਹਨਾਂ ਨੂੰ ਵੀ ਉਹਨਾਂ ਵਾਸਤੇ ਵੀ ਚੁੱਕ ਕੇ ਲੈ ਕੇ ਜਾਂਦਾ ਹੈ। ਇਸੇ ਤਰ੍ਹਾਂ ਕਬੀਰ ਸਾਨੂੰ ਕਹਿੰਦੇ ਨੇ ਕਿ ਅਸੀਂ ਵੀ ਆਪਣਾ ਕੰਮ ਆਪਣੇ ਜੀਵਨ ਵਿੱਚ ਆਪਣੇ ਕਾਰ ਕਰਦੇ ਹੋਏ, ਆਪਣੀ ਕਿਰਤ ਕਮਾਈ ਕਰਦੇ ਹੋਏ ਪਰਮਾਤਮਾ ਦੇ ਨਾਮ ਜਪੀਏ ਤੇ ਆਪਣੀ ਸੋਚ ਪਰਮਾਤਮਾ ਦੇ ਵਿੱਚ ਟਿਕਾਈ ਰੱਖੀਏ। ਹਾਂਜੀ, ਬਹੁਤ ਵਧੀਆ ਜੀ। ਇੱਕ ਮੈਨੂੰ
ਇੱਥੇ ਜਿਵੇਂ ਅਰਥ 'ਚ ਬ੍ਰੈਕਟ 'ਚ ਲਿਖਿਆ ਹੋਇਆ ਹਰ ਕਾ ਸਿਮਰਨ ਛਾੜ ਕੇ, ਕਿ ਜਦ ਇਹ ਬੰਦਾ ਦਾ ਮਨੁੱਖ ਮਾਇਆ ਦੀ ਮਲਕੀਅਤ ਦੀ ਤਾਂਘ ਵਿੱਚ ਟਿਕਿਆ ਰਹਿੰਦਾ ਹੈ। ਇਹ ਕਦੋਂ ਟਿਕਿਆ ਰਹਿੰਦਾ ਹੈ? ਜਦੋਂ ਪਰਮਾਤਮਾ ਦਾ ਸਿਮਰਨ ਛੱਡ ਦਿੰਦਾ ਹੈ। ਬਟ ਉਹੀ ਜੇ ਉਹਨੇ ਪਰਮਾਤਮਾ ਦਾ ਸਿਮਰਨ ਕਰ ਰਿਹਾ ਹੈਗਾ, ਉਹ ਕੀ ਕਹਿੰਦੇ ਆ, ਜੇ ਬੰਦਾ ਪਰਮਾਤਮਾ ਦਾ ਸਿਮਰਨ ਜਦ ਕਰ ਰਿਹਾ ਹੈ ਤਾਂ ਫਿਰ ਉਹ ਇਹ ਸਭ ਕਰਦਾ ਵੀ ਰਵੇ, ਆਪਣੀ ਦੁਨਿਆਵੀ ਕਾਰਜ ਵੀ ਕਰਦਾ ਰਵੇ, ਤਾਂ ਉਹਦਾ ਮਨ ਮਾਇਆ ਦੀ ਥਾਂ 'ਤੇ ਉਸ ਪਰਮਾਤਮਾ ਵੱਲ ਟਿਕ ਜਾਂਦਾ ਹੈ। ਮਨ ਮਾਇਆ ਮਮਤਾ ਰੇ। ਹਾਂਜੀ। ਅਤੇ ਇੱਕ ਇੱਥੇ ਹੈ ਕਿ ਜਿਵੇਂ ਕੂੰਜ ਚੋਗਾ ਚੁਗਦੀ ਹੈ, ਉਹ ਕਿਉਂ ਚੋਗਾ ਚੁਗਦੀ ਹੈ ਕਿ ਉਹਦਾ ਮਨ ਹਮੇਸ਼ਾ ਉਹਦੇ ਬੱਚਿਆਂ ਦੇ ਉਹਦੇ ਚੇਤੇ 'ਚ ਰਹਿੰਦਾ ਕਿ ਹਾਂ ਕਿ ਮੇਰੇ ਬੱਚੇ ਕਿਹੋ ਜਿਹੇ ਹੋਣਗੇ, ਤਾਂ ਉਹਦਾ ਮੇਨ ਫੋਕਸ ਹੀ ਹੁੰਦਾ ਕਿ ਹਾਂ ਮੈਂ ਚੋਗਾ ਚੁੱਕਣਾ, ਪਹਿਲੇ ਮੈਂ ਉਹਨਾਂ ਨੂੰ ਖਿਲਾਉਣਾ, ਫਿਰ ਮੈਂ ਆਪਣੇ ਲਈ ਲੈ ਕੇ ਜਾਣਾ। ਉਵੇਂ ਜਦ ਅਸੀਂ ਪਰਮਾਤਮਾ ਸਿਮਰਨ ਛੱਡ ਦਿੰਦੇ ਹਾਂ ਤਾਂ ਸਾਡਾ ਫੋਕਸ ਹਮੇਸ਼ਾ ਇਹ ਹੋ ਜਾਂਦਾ ਕਿ ਹਾਂ ਮੈਂ ਕੁਛ ਵੀ ਕਰ ਰਿਹਾ, ਮੈਂ ਮਾਇਆ ਇਕੱਠੀ ਕਰਨ ਵਾਸਤੇ ਕਰ ਰਿਹਾ, ਮੈਂ ਕੁਛ ਕਰਨਾ, ਹਾਂ ਮੈਨੂੰ ਮਾਇਆ ਮਿਲ ਜਾਵੇ। ਈਵਨ ਕਿ ਜਦੋਂ ਮੈਂ ਪਰਮਾਤਮਾ ਦੇ ਅੱਗੇ ਅਰਦਾਸ ਵੀ ਕਰ ਰਿਹਾ ਤਾਂ ਵੀ ਉਹਦੇ 'ਚ ਮਾਇਆ ਮੰਗਦਾ ਮੈਂ, ਕਿ ਨਹੀਂ ਹਾਂ ਪਰਮਾਤਮਾ ਮੈਨੂੰ ਅੱਜ ਗੱਡੀ ਦੇ ਦੇ, ਮੈਨੂੰ ਕੋਠੀ ਦੇ ਦੇ, ਮੈਨੂੰ ਘਰ ਦੇ ਦੇ, ਮੈਨੂੰ ਮਾਰਕਸ ਦੇ ਦੇ, ਬੱਚਾ ਦਾ ਹੁੰਦਾ ਮੈਨੂੰ ਮਾਰਕਸ ਦੇ ਦੇ। ਅਤੇ ਅਸੀਂ ਇਹ ਚੀਜ਼ਾਂ ਮੰਗਦੇ ਰਹਿ ਜਾਂਦੇ ਹਾਂ। ਅਤੇ ਇੱਕ ਮੈਂ ਗੱਲ ਸੋਚੀ ਸੀ, ਉਹ ਕਹਿੰਦੇ ਸੀਗੇ ਕਿ ਜੇ ਤੁਸੀਂ ਪਰਮਾਤਮਾ ਤੋਂ ਇਹ ਚੀਜ਼ਾਂ ਛੋਟੀ ਛੋਟੀ, ਤੁਸੀਂ ਇੱਕ ਵਾਰੀ ਪਰਮਾਤਮਾ ਤੋਂ ਉਹਨੂੰ ਆਪ ਹੀ ਮੰਗ ਲਓ ਕਿ ਪਰਮਾਤਮਾ ਤੂੰ ਹੀ ਮੈਨੂੰ ਮਿਲ ਜਾ, ਅਤੇ ਕਹਿੰਦੇ ਇਹ ਤਾਂ ਛੋਟੀ ਮੋਟੀਆਂ ਦੀ ਚੀਜ਼ਾਂ ਹੈਗੀਆਂ ਅਤੇ ਤੁਸੀਂ ਇਹਨਾਂ 'ਚ ਕਿਉਂ ਫਸ ਜਾਂਦੇ ਹੋ। ਹਰਪ੍ਰੀਤ ਕੌਰ ਜੀ ਲਿਖਦੇ ਨੇ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਹਾਂਜੀ, ਬਹੁਤ ਵਧੀਆ ਜੀ। ਮਨਦੀਪ ਕੌਰ ਜੀ ਦਾ ਹੈਂਡਲਸ ਹੈ ਜੀ, ਪਲੀਜ਼ ਉਹਨਾਂ ਨੂੰ ਸਪੋਰਟ ਕਰ ਲਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਵਿੱਚ ਜੇ ਕਬੀਰ ਜੀ ਕਹਿੰਦੇ ਨੇ ਕਿ ਜਿਹੜੀ ਕੂੰਜ ਹੁੰਦੀ ਹੈ ਉਹ ਚੁੱਗਾ ਚੁਗਦੀ ਹੈ, ਇੱਧਰ ਉੱਧਰ ਭਟਕਦੀ ਹੈ, ਪਰ ਉਸਦਾ ਧਿਆਨ ਹੈ ਜਿਹੜਾ ਆਪਣੇ ਬੱਚਿਆਂ ਵਿੱਚ ਹੁੰਦਾ ਹੈ, ਜੋ ਆਲਣ ਵਿੱਚ ਆਪਣੇ ਬੱਚੇ ਛੱਡ ਕੇ ਆਈ ਹੁੰਦੀ ਹੈ, ਉਸਦਾ ਧਿਆਨ ਆਪਣੇ ਬੱਚਿਆਂ ਨੂੰ ਹੁੰਦਾ ਹੈ, ਪਰ ਇੱਧਰ ਉੱਧਰ ਭਟਕਦੀ ਹੈ, ਚੋਗਾ ਚੁਗਦੀ ਹੈ। ਵੀ ਜੈਸੇ ਬਚੜਾ ਕੂੰਜ ਮਨ ਮਾਇਆ ਮਮਤਾ ਰੇ, ਵੀ ਜਿਵੇਂ ਕਬੀਰ ਜਿਸ ਵਿੱਚ ਕਹਿੰਦੇ ਨੇ ਜਿਵੇਂ ਜਿਹੜਾ ਕੂੰਜ ਦਾ ਜਿਹੜਾ ਬੱਚਿਆਂ ਵੱਲ ਧਿਆਨ ਹੁੰਦਾ ਹੈ ਨਾ, ਉਵੇਂ ਹੀ ਜਿਹੜਾ ਮਨੁੱਖ ਹੈ, ਮਾਇਆਧਾਰੀ ਮਨੁੱਖ ਹੈ ਨਾ, ਉਸਨੂੰ ਹਰ ਵੇਲੇ ਹੋਰ ਮਾਇਆ ਇਕੱਠੀ ਕਰਨ ਦੀ ਤਾਂਘ ਲੱਗੀ ਰਹਿੰਦੀ ਹੈ, ਮਾਇਆ ਮਮਤਾ ਦੀ ਤਾਂਘ ਲੱਗੀ ਰਹਿੰਦੀ ਹੈ। ਇਸ ਲਈ ਸਾਨੂੰ ਜਿਹੜੀ ਮਾਇਆ ਮਮਤਾ ਦੀ ਤਾਂਘ ਦੀ ਥਾਂ ਤੇ ਸਾਨੂੰ ਪਰਮਾਤਮਾ ਨੂੰ ਪਾਉਣ ਦੀ ਤਾਂਘ ਹੋਣੀ ਚਾਹੀਦੀ ਹੈ, ਪਰਮਾਤਮਾ ਨਾਲ ਪਿਆਰ ਕਰਨ ਦੀ ਤਾਂਘ ਹੋਣੀ ਚਾਹੀਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਰਿੰਦਰਜੀਤ ਕੌਰ ਜੀ ਦਾ ਹੈਂਡ ਰੇਸ ਹੈ ਜੀ, ਪਲੀਜ਼ ਉਹਨਾਂ ਨੂੰ ਸਪੋਰਟ ਕਰ ਲਓ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਬੀਰ ਚੁਗੇ ਚਿਤਾਰੇ ਪੀ ਚੁਗੇ ਚੁਗ ਚੁਗ ਚਿਤਾਰੇ, ਜੈਸੇ ਬਚਰੇ ਕੂੰਜ ਮਨ ਮਾਇਆ ਮਮਤਾ ਰੇ। ਇਸ ਵਿੱਚ ਅਸਲ ਵਿੱਚ ਵਿਚਾਰ ਇਹ ਹੈ ਕਿ ਮਨੁੱਖੀ ਮਨ ਮਾਇਆ ਦੀ ਮਮਤਾ ਵਿੱਚ ਫਸਿਆ ਹੋਇਆ ਹੈ। ਇਹ ਕਹਿੰਦਾ ਹੈ ਕਿ ਮੇਰਾ ਧਨ ਹੈ, ਮੇਰਾ ਰਾਜ ਹੈ, ਮੇਰੇ ਇਸਤਰੀ ਪੁੱਤਰ ਹਨ, ਤਾਂ ਨਾਮ ਹਿਰਦੇ ਵਿੱਚ ਨਹੀਂ ਵਸਦਾ। ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਇਸ ਲਈ ਫਰਮਾਨ ਹੈ, ਮੇਰਾ ਤਨ ਅਰ ਧਨ ਮੇਰਾ ਰਾਜ ਰੂਪ ਮੈਂ ਦੇਸ, ਸੁਤਦਾਰਾ ਬਨਤਾ ਅਨੇਕ ਬਹੁਤ ਰੰਗ ਅਰਵੇਸ, ਹਰ ਨਾਮ ਹਿਰਦੇ ਨਾ ਵਸੇ ਕਾਰਜ ਕਿਤੇ ਨਾ ਲੇਖ। ਇਸ ਦਾ ਕਹਿਣ ਦਾ ਭਾਵ ਇਹ ਹੈ ਕਿ ਮਨੁੱਖ ਮਾਣ ਕਰਦਾ ਹੈ ਤੇ ਇਹ ਆਖਦਾ ਹੈ ਕਿ ਸਰੀਰ ਮੇਰਾ ਹੈ, ਇਹ ਰਾਜ ਮੇਰਾ ਹੈ, ਇਹ ਦੇਸ਼ ਮੇਰਾ ਹੈ, ਮੈਂ ਰੂਪ ਵਾਲਾ ਹਾਂ, ਮੇਰੇ ਪੁੱਤਰ ਹਨ, ਇਸਤਰੀ ਹੈ, ਮੈਨੂੰ ਬੜੀਆਂ ਮੌਜਾਂ ਹਨ ਅਤੇ ਮੇਰੇ ਪਾਸ ਕਈ ਤਰ੍ਹਾਂ ਦੇ ਕੱਪੜੇ ਪੁਸ਼ਾਕਾਂ ਹਨ। ਪਰ ਜੇ ਹਿਰਦੇ ਵਿੱਚ ਪ੍ਰਭੂ ਦਾ, ਪਰਮਾਤਮਾ ਦਾ ਨਾਮ ਨਹੀਂ ਵਸਦਾ ਤਾਂ ਇਹ ਸਭ ਪਦਾਰਥ ਜਿਨ੍ਹਾਂ ਦਾ ਮਨੁੱਖ ਮਾਣ ਕਰਦਾ ਹੈ, ਇਹ ਸਭ ਕਿਸੇ ਵੀ ਕੰਮ ਨਹੀਂ। ਅਜਿਹੀ ਹਾਲਤ ਵਿੱਚ ਮਾਲਕ ਦੀ ਪ੍ਰਾਪਤੀ ਹੋਣੀ ਕਿਵੇਂ ਸੰਭਵ ਹੈ? ਜਿਵੇਂ ਕੂੰਜ ਦੇ ਮਨ ਵਿੱਚ ਬੱਚਿਆਂ ਦੀ ਮਮਤਾ ਹੈ, ਤਿਵੇਂ ਜੀਵ ਦੇ ਮਨ ਵਿੱਚ ਮਾਇਆ ਦੀ ਮਮਤਾ ਹੈ। ਕਬੀਰ ਜੀ ਨੇ ਕੂੰਜ ਦੀ ਮਿਸਾਲ ਦੇ ਕੇ ਸਾਨੂੰ ਰੱਬੀ ਯਾਦ ਪਕਾਉਣ ਦੀ ਸਿੱਖਿਆ ਦਿੱਤੀ ਹੈ।
श्री गुरु अर्जन देव जी का फरमान है, उड़े उड़ आवे सो कोसा, उड़े उड़ आवे सै कोसा, तिस पाछे बचरे शरिया, तिन कवन खिलावे कवन चुगावे, मन में सिमरन करिया। हे मन, पूंज उड उड के सैकड़े कोहां ते आ जांदी है, पिछे उसदे बच्चे इकल्ले छड्डे होए हुंदे हन, उन्हां नूं कोई कुछ खाण वाला नहीं, कोई उन्हां नूं चोगा नहीं चुगांदा। वो पूंज अपने बच्चों का ध्यान अपने मन विच धारदी रहिंदी है कि इसे नूं प्रभु उन्हां दे पालन का वसीला बनाउंदा है। क्यों? क्योंकि पूंज दे मन विच हमेशा ही बच्चों का ख्याल रहिंदा है, इस करके प्रभु उन्हां दा पालन करता है। वाहिगुरू जी का खालसा, वाहिगुरू जी की फतेह जीओ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਵਧੀਆ ਵਿਚਾਰ ਕੀਤੀ ਆਂਟੀ ਜੀ ਨੇ। ਅਤੇ ਜੇ ਹੋਰ ਕੋਈ ਸੰਗਤ ਦੇ ਵਿਚਾਰ ਨੇ ਤਾਂ ਪਲੀਜ਼ ਉਹ ਹੈਂਡ ਰੇਜ਼ ਜਾਂ ਫਿਰ ਚੈਟ ਰਾਹੀਂ ਕਰ ਸਕਦੇ ਨੇ। ਇੱਕ ਹਰਪ੍ਰੀਤ ਕੌਰ ਜੀ ਦਾ ਵਿਚਾਰ ਆ ਰਿਹਾ ਚੈਟ ਵਿੱਚ, ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸੋ ਪ੍ਰੀਤ ਲਗਾਈ। ਹਾਂਜੀ, ਬਹੁਤ ਵਧੀਆ ਜੀ। ਅਤੇ ਮੈਂ ਹੁਣ ਉਰਵਿੰਦਰ ਅੰਕਲ ਅਤੇ ਪਰਵਿੰਦਰ ਅੰਕਲ ਨੂੰ ਰਿਕੁਐਸਟ ਕਰਾਂਗਾ ਕਿ ਉਹ ਪਲੀਜ਼ ਆਉਣ ਅਤੇ ਇੱਕ ਸਮ ਅਪ ਕਰਨ ਵਿਚਾਰ ਦੇਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹ ਜੀ, ਮੌਜਾਂ ਬਣੀਆਂ ਹੋਈਆਂ ਜੀ, ਵਿਚਾਰ ਚੱਲ ਰਹੀ ਹੈ, ਮੌਜਾਂ ਦੀ ਵਿਚਾਰ ਚੱਲ ਰਹੀ ਹੈ ਜੀ। ਤੇ ਸ਼ਲੋਕ ਪੜ੍ਹ ਕੇ ਵਿਚਾਰ ਕਰਕੇ ਸਾਡੇ ਮਨ ਦੀ ਵੀ ਮੌਜ ਬਣਨੀ ਚਾਹੀਦੀ ਹੈ। ਇਹਨਾਂ ਸ਼ਲੋਕਾਂ ਵਿੱਚ ਕੱਲ ਵੀ ਅਸੀਂ ਵਿਚਾਰਿਆ ਸੀ, ਕਬੀਰ ਸੁਰਗ ਨਰਕ ਤੇ ਮੈਂ ਰਹਿਓ, ਸਤਿਗੁਰ ਕੈ ਪ੍ਰਸਾਦ, ਚਰਨ ਕਮਲ ਕੀ ਮੌਜ ਮਹਿ ਰਹਾਂ ਅੰਤ ਅਰ ਆਦ। ਇਹ ਸੁਰਗ ਨਰਕ ਤੇ ਮੈਂ ਰਹਿਓ, ਸਤਿਗੁਰ ਕੈ ਪ੍ਰਸਾਦ, ਇਹ ਜਿਹੜੀ ਮੌਜ ਦੀ ਗੱਲ ਅਸੀਂ ਵਿਚਾਰੀ ਹੈ, ਸਭ ਤੋਂ ਪਹਿਲਾਂ ਇਹਦੇ ਚ ਇਹ ਵਿਚਾਰਨਾ ਜ਼ਰੂਰੀ ਹੈ ਵੀ ਇਹ ਜਿਹੜੀ ਮੌਜ ਬਣੇਗੀ ਸਤਿਗੁਰ ਸਾਥ ਦੇ ਨਾਲ। ਅਸੀਂ ਆਪਣਾ ਜ਼ੋਰ, ਅਸੀਂ ਉਦਮ ਅਰਦਾਸ ਕਰ ਸਕਦੇ ਹਾਂ, ਪਰ ਬਖਸ਼ਿਸ਼ ਜਿਹੜੀ ਹੈ ਉਹ ਸਤਿਗੁਰੂ ਰਾਹੀਂ ਹੀ ਹੋਣੀ ਹੈ। ਸਤਿਗੁਰੂ ਦੀ ਕਿਰਪਾ ਨਾਲ ਹੀ ਇਹ ਮੌਜ ਬਣਦੀ। ਹੋਰ ਵਿਚਾਰ ਆ ਰਿਹਾ ਸੀ, ਇਹ ਉਹੀ ਮੌਜ ਹੈ ਜਿਹਦੀ ਕਬੀਰ ਜੀ ਗੱਲ ਕਰ ਰਹੇ ਹਨ, ਜਿਹੜੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਨਾਨਕ ਭਗਤਾਂ ਸਦਾ ਵਿਗਾਸ ਕਿਹਾ ਹੈ ਜੀ। ਇੱਕ ਉਹੀ ਵਿਗਾਸ ਹੈ ਜਿਸ ਨੂੰ ਕਬੀਰ ਜੀ ਮੌਜ ਕਹਿ ਰਹੇ ਹਨ। ਸਾਡੀ ਮੌਜ ਕਬੀਰ ਜੀ ਦੀ ਬਣੀ ਹੈ ਕਿ ਅਸੀਂ ਵਿਚਾਰੀਏ ਸਾਡੀ ਮੌਜ ਵੀ ਬਣੀ ਹੈ ਕਦੇ? ਸਾਡੀ ਮੌਜ ਕਿਸ ਤਰ੍ਹਾਂ ਬਣ ਸਕਦੀ ਹੈ? ਮਨ ਵਿੱਚ ਇਸ ਤਰ੍ਹਾਂ ਆ ਰਿਹਾ ਸੀ ਵੀ ਕਬੀਰ ਜੀ ਸੁਰਤ ਰਾਹੀਂ ਇੰਨਾ ਇਕਮਿਕ ਹਨ ਪਰਮਾਤਮਾ ਦੇ ਨਾਲ, ਉਹਨੂੰ ਕਰਤਾ ਪੁਰਖ ਜਾਣਦੇ ਹਨ। ਕਰਤਾ ਪੁਰਖ ਅਸੀਂ ਵੀ ਜਾਪ ਕਰਦੇ ਹਾਂ, ਪਰ ਮਾਫ ਕਰਨਾ, ਮੈਂ ਆਪਣੇ ਨਿੱਜੀ ਜੀਵਨ ਦੇਖਾਂ ਤੇ ਮਨ ਹਾਲੇ ਤੱਕ ਮੰਨਿਆ ਨਹੀਂ ਵੀ ਪਰਮਾਤਮਾ ਕਰਤਾ ਪੁਰਖ। ਅਸੀਂ ਆਪਣੇ ਆਪ ਨੂੰ ਹੀ ਕਰਤਾ ਜਾਣਦੇ ਹਾਂ, ਆਪਣੇ ਆਪ ਨੂੰ ਹੀ ਉੱਤਮ ਜਾਣਦੇ ਹਾਂ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਜਿਹੜਾ ਅਸੀਂ ਹਲੇ ਗੱਲ ਨੂੰ ਸਮਝਿਆ ਹੀ ਨਹੀਂ ਹੈ। ਜਿਸ ਦਿਨ ਇਹ ਅਨੁਭਵ ਹੋਏਗਾ ਵੀ ਪਰਮਾਤਮਾ ਦਾ ਨਾਮ ਹੀ ਸਭ ਤੋਂ ਉੱਚਾ ਹੈ, ਸਾਡੀ ਉਹ ਅਵਸਥਾ ਹੈ ਜਿਹਨੂੰ ਸ਼ਬਦਾਂ ਵਿੱਚ ਮਹਾਰਾਜ ਫਰਮਾਉਂਦੇ ਹਨ, ਤੂੰ ਸੁਲਤਾਨ ਕਹਾ ਹਾਂ ਮੀਆਂ, ਤੇਰੀ ਕਵਨ ਵਡਾਈ, ਜੋ ਤੂੰ ਦੇ ਕਹਾ ਸੁਆਮੀ, ਮੈਂ ਮੂਰਖ ਕਹਿਣ ਨਾ ਜਾਈ। ਤੂੰ ਸੁਲਤਾਨ ਵਰਗਾ ਹੈ, ਪਰਮਾਤਮਾ ਇੰਨਾ ਵੱਡਾ ਹੈ, ਬੇਅੰਤ ਹੈ, ਕਥਨਾ ਕਰੜਾ ਸਾਰ ਹੈ ਜਿਸਦਾ, ਪਰ ਅਸੀਂ ਜਿਹੜਾ ਹੈ ਉਸਨੂੰ ਵੱਡਾ ਕਰਕੇ ਨਹੀਂ ਜਾਣਦੇ। ਸਤਿਗੁਰੂ ਵੱਡਾ ਕਰ ਸਾ ਲਾਹੀ ਹੈ, ਜਿਸ ਵਿੱਚ ਵੱਡੀਆਂ ਵਡਿਆਈ, ਸੁਣੋ ਵੱਡਾ ਆਖੈ ਸਭ ਕੋਏ, ਕੇਵੜ ਵੱਡਾ ਡੀਠਾ ਹੋਏ। ਉਹਨੂੰ ਜਦੋਂ ਅਸੀਂ ਵੱਡਾ ਸਮਝਾਂਗੇ, ਉਹਨੂੰ ਕਰਤਾ ਸਮਝਾਂਗੇ, ਮਨ ਮੰਨ ਜਾਏਗਾ ਇਸ ਗੱਲ ਨੂੰ, ਫਿਰ ਜਿਹੜਾ ਹੈ ਸਾਨੂੰ ਉਹਦੀ ਟੇਕ ਬਣੇਗੀ, ਉਹਦਾ ਆਸਰਾ ਬਣੇਗਾ, ਉਹਦੀ ਮੌਜ ਬਣੇਗੀ। ਅਸੀਂ ਹਾਲੇ ਤੱਕ ਬਾਣੀ ਪੜ੍ਹਦੇ ਹੋਏ, ਵਿਚਾਰਦੇ ਹੋਏ, ਦੁਨਿਆਵੀ ਸੰਸਾਰੀ ਰਸਾਂ ਵਿੱਚ ਵੀ ਨਾਲ ਹੀ ਦੂਜਾ ਕੰਮ ਵੀ ਨਾਲ ਕਰ ਰਹੇ ਹਾਂ। ਸੰਸਾਰ ਵਿੱਚ ਰਹਿਣਾ ਹੈ, ਪਰ ਮਨ ਜਿਹੜਾ ਦੁਨਿਆਵੀ ਰਸਾਂ ਵਿੱਚ ਘਿਰਿਆ ਹੋਇਆ ਹੈ। ਅਸੀਂ ਜਿਹੜਾ
ਇਹ ਜਿਹੜੇ ਰਸ ਹਨ ਇਹ ਫਰੀਦ ਜੀ ਜਿਸ ਤਰ੍ਹਾਂ ਆਪਣੇ ਬਾਣੀ ਵਿੱਚ ਫਰਮਾਉਂਦੇ ਹਨ, ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਂਜਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਜਦੋਂ ਦੁਨਿਆਵੀ ਪਦਾਰਥਾਂ ਚੋਂ ਰਸ ਆਂਦਾ ਸੀ ਤੇ ਅਸੀਂ ਉਹਨਾਂ ਨੂੰ ਉੱਤਮ ਦੱਸਦੇ ਸੀ, ਪਰ ਜਿਸ ਦਿਨ ਪ੍ਰਮਾਤਮਾ ਦਾ ਨਾਮ ਜਪਿਆ, ਜਿਸ ਦਿਨ ਪ੍ਰਮਾਤਮਾ ਅਨੁਭਵ ਆਪਣੇ ਮਨ ਵਿੱਚ, ਆਪਣੇ ਹਿਰਦੇ ਵਿੱਚ ਵਸਦਾ ਪ੍ਰਤੀਤ ਹੋਇਆ, ਫਿਰ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਸੋ ਉਸ ਪ੍ਰਮਾਤਮਾ ਦਾ ਜੇ ਰਸ, ਉਹਦੀ ਮੌਜ ਮਾਣਨੀ ਹੈ ਤਾਂ ਦੁਨਿਆਵੀ ਰਸਾਂ ਪ੍ਰਤੀ ਸਾਨੂੰ ਸੁਚੇਤ ਹੋ ਕੇ ਸਾਨੂੰ ਛੱਡਣਾ ਪਏਗਾ। ਫਿਰ ਅਵਸਥਾ ਬਣਦੀ ਹੈ, ਇਹ ਰਸ ਛਾਡੇ ਉਹ ਰਸ ਆਵਾ, ਉਹ ਰਸ ਪੀਆ ਇਹ ਰਸ ਨਹੀਂ ਪਾਵਾ। ਜਿਸ ਦਿਨ ਪ੍ਰਮਾਤਮਾ ਦਾ ਅਨੁਭਵ ਹੋਇਆ, ਫਿਰ ਸਾਡੇ ਦੁਨਿਆਵੀ ਰਸ ਜਿਹੜੇ ਹਨ ਉਹ ਫਿੱਕੇ ਪੈ ਜਾਣਗੇ ਤੇ ਪ੍ਰਮਾਤਮਾ ਦੇ ਨਾਮ ਦਾ ਰੰਗ ਰਸ ਜਿਹੜਾ ਹੈ ਉਹ ਜਿਹੜਾ ਹੈ ਅਸੀਂ ਮਾਣ ਸਕਾਂਗੇ। ਤੇ ਇਹ ਵੀ ਵਿਚਾਰ ਮਨ ਵਿੱਚ ਆਉਂਦਾ ਹੈ ਵੀ ਜਿੱਥੇ ਸਿਮਰਨ ਹੈ, ਜਿੱਥੇ ਨਾਮ ਹੈ, ਜਿੱਥੇ ਸੁਰਤ ਵਾਹਿਗੁਰੂ ਨਾਲ ਕਾਲ ਨਾਲ ਇਕਮਿਕ ਹੈ, ਕਬੀਰ ਜੀ ਵਾਂਗ, ਉੱਥੇ ਕਹਿੰਦੇ ਹਨ ਮੌਜਾਂ ਹਨ, ਮੌਜਾਂ ਹੀ ਮੌਜਾਂ। ਤੇ ਇਹ ਵੀ ਬਾਣੀ ਵਿੱਚ ਆਉਂਦਾ ਹੈ ਜਿੱਥੇ ਸਿਮਰਨ ਨਹੀਂ ਹੈ ਉੱਥੇ ਫਿਕਰ, ਕਲੇਸ਼, ਡਰ, ਝਗੜੇ ਜਿਹੜੇ ਹਨ, ਵਿਪਤਾ ਪੈਂਦੀ ਆ ਉੱਥੇ। ਇੱਕ ਪਿਆਰਾ ਸ਼ਬਦ ਜਿਹੜਾ ਮਨ ਵਿੱਚ ਆਇਆ ਹੈ, ਇਸੇ ਪਰਥਾਏ ਆਉਂਦਾ ਹੈ ਬਾਣੀ ਵਿੱਚ। ਬਾਣੀ ਵਿੱਚ ਮਹਾਰਾਜ ਫਰਮਾਉਂਦੇ ਹਨ, ਵਿਪਤ ਤਹਾਂ ਜਹਾਂ ਹਰ ਸਿਮਰਨ ਨਾਹੀ, ਕੋਟ ਆਨੰਦ ਜਹ ਹਰ ਗੁਣ ਗਾਹੀ। ਕਹਿੰਦੇ ਜਿੱਥੇ ਸਿਮਰਨ ਨਹੀਂ ਹੈ ਉੱਥੇ ਵਿਪਤਾ ਆਉਣੀ ਹੀ ਆਉਣੀ ਹੈ, ਕਿਸੇ ਰੂਪ ਵਿੱਚ ਵੀ ਆਵੇ। ਕਲੇਸ਼ ਦੇ ਰੂਪ ਵਿੱਚ ਆ ਜਾਵੇ, ਮਾਇਆ ਦੇ ਰੂਪ ਵਿੱਚ ਆ ਜਾਵੇ, ਲੋਭ ਦੇ ਰੂਪ ਵਿੱਚ ਆ ਜਾਵੇ, ਹੰਕਾਰ ਦੇ ਰੂਪ ਵਿੱਚ ਆ ਜਾਵੇ। ਇਹ ਵਿਪਤਾ ਹੈ ਜਿਹੜੀ ਸਾਨੂੰ ਪੈ ਜਾਂਦੀ ਹੈ ਜਿੱਥੇ ਨਾਮ ਦਾ ਸਿਮਰਨ ਅਸੀਂ ਛੱਡ ਦਿੰਨੇ ਹਾਂ। ਕੱਲ ਵੀ ਅਸੀਂ ਵਿਚਾਰਿਆ ਸੀ, ਜੋ ਸਵਾਸ ਸਵਾਸ ਨਾਮ ਜਪਣਾ ਹੈ, ਉਹ ਸਾਡਾ ਜਿਹੜਾ ਦੁਨੀਆ, ਸਾਡਾ ਜੀਵਨ ਦਾ ਮਨੋਰਥ ਹੀ ਇਹੀ ਹੈ। ਸੋ ਸਾਨੂੰ ਨਾਮ ਬਾਣੀ ਪੜ੍ਹਦੇ ਹੋਏ ਸਾਡੇ ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਜੋ ਸਹਿਜ ਜਿਹੜਾ ਹੈ ਇਹੀ ਮੌਜ ਹੈ ਜਿਹੜੀ ਸਾਨੂੰ ਨਾਮ ਵਿੱਚੋਂ ਗੁਰੂ ਦੀ ਬਖਸ਼ਿਸ਼ ਨਾਲ ਮੰਗਣੀ ਚਾਹੀਦੀ ਹੈ, ਤੇ ਜਿਹੜਾ ਅਸੀਂ ਉਸ ਰਸ ਨੂੰ ਫਿਰ ਮਾਣ ਸਕਦੇ ਹਾਂ। ਨਹੀਂ ਤਾਂ ਅਸੀਂ ਸਾਰਿਆਂ ਜੋ ਵੀ ਕਰਦੇ ਹਾਂ ਸਗਲ ਵਿਪਰੀਤ ਹੀ ਹੈ। ਸਾਕਤ ਕੀ ਐਸੀ ਹੈ ਰੀਤ, ਸਾਕਤ ਕੀ ਐਸੀ ਹੈ ਰੀਤ, ਜੋ ਕਿਛ ਕਰੈ ਸਗਲ ਵਿਪਰੀਤ। ਅਸੀਂ ਬਾਣੀ ਪੜ੍ਹਦੇ ਹੋਏ ਵੀ ਇਹ ਧਿਆਨ ਕਰਨਾ ਹੈ ਕਿ ਅਸੀਂ ਕੋਈ ਬਾਣੀ ਤੋਂ ਵਿਪਰੀਤ ਤਾਂ ਨਹੀਂ ਕਰ ਰਹੇ। ਸਾਡੇ ਮਨ ਦੀ ਅਵਸਥਾ ਨੂੰ ਅਸੀਂ ਪਲ ਪਲ ਨਿਮਕ ਵਿਚਾਰਨਾ ਹੈ, ਆਪਣੇ ਅੰਤਿਕਰਨ ਨੂੰ, ਵੀ ਅਸੀਂ ਗੁਰੂ ਸ਼ਬਦ ਅਨੁਸਾਰ ਅਸੀਂ ਸਾਡਾ ਜੀਵਨ ਕਿੰਨਾ ਕੁ ਬਦਲਿਆ ਹੈ। ਅਸੀਂ ਉਹਦੇ ਪ੍ਰਤੀ ਅਰਦਾਸ ਕਰਨੀ ਹੈ ਤੇ ਅਸੀਂ ਉਹਦੇ ਪ੍ਰਤੀ ਉਦਮ ਕਰਨਾ ਹੈ। ਤੇ ਹੋਣਾ ਗੁਰੂ ਦੀ ਬਖਸ਼ਿਸ਼ ਨਾਲ ਹੀ ਹੈ, ਹੋਰ ਕੋਈ ਉਹਦਾ ਰਾਹ ਨਹੀਂ ਹੈ। ਅਸੀਂ ਉਹਦੀ ਬਖਸ਼ਿਸ਼ ਮੰਗਣੀ ਹੈ ਤੇ ਇਹ ਮੌਜ ਜਿਹੜੀ ਹੈ ਸਾਡੀ ਵੀ ਬਣ ਜਾਏਗੀ। ਸੰਗਤ ਵਿੱਚ ਆਏ ਹਾਂ, ਇਹ ਆਸ ਬਣਦੀ ਹੈ ਵੀ ਸਾਡੀ ਵੀ ਮੌਜ ਜਿਹੜੀ ਹੈ ਇਹ ਕਿਸੇ ਦਿਨ ਬਣ ਜਾਏਗੀ, ਜਿਸ ਦਿਨ ਅਸੀਂ ਭਾਵਨਾ ਸਾਡੀ ਸ਼ੁੱਧ ਹੋ ਜਾਏਗੀ, ਮਨ ਨਿਰਮਲ ਹੋ ਜਾਏਗਾ ਉਸ ਪ੍ਰਮਾਤਮਾ ਦੀ। ਜਿਹੜਾ ਜਸਜੋਤ ਸਿੰਘ ਜੀ ਨੇ ਦੱਸਿਆ, ਹੱਥ ਕਾਰ ਵੱਲ ਚਿੱਤ ਯਾਰ ਵੱਲ। ਸਿਰਫ ਅਸੀਂ ਆਪਣੇ ਜੀਵਨ ਦੇ ਵਿੱਚ ਯਾਰ ਬਦਲ ਲਈਏ, ਸਾਡੇ ਕੌਣ ਹਨ। ਅਸੀਂ ਯਾਰ ਜਿਹੜੇ ਹਨ ਅਸੀਂ ਆਪਣੇ ਵਿਚਾਰੀਏ। ਜਿਸ ਦਿਨ ਸਾਡਾ ਪ੍ਰਮਾਤਮਾ ਯਾਰ ਬਣ ਜਾਏਗਾ ਉਸ ਦਿਨ ਸਾਡਾ ਜਿਹੜਾ ਹੈ ਇਹ ਮੌਜ ਜਿਹੜੀ ਹੈ ਬਣ ਜਾਏਗੀ। ਸੋ ਇਹ ਵਿਚਾਰ ਮਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹ ਜੀ ਵਾਹ, ਵਾਹ ਜੀ ਵਾਹ, ਬਹੁਤ ਹੀ ਵਧੀਆ ਵਿਚਾਰ ਕੀਤੀ ਅੰਕਲ ਜੀ ਨੇ। ਤੇ ਮੈਂ ਹੁਣ ਲਾਸਟ ਇੱਕ ਵਾਰੀ ਸੰਗਤ ਤੋਂ ਵੀ ਰਿਕੁਐਸਟ ਕਰਾਂਗਾ ਕਿ ਇੱਕ ਵਾਰੀ ਜੇ ਕਿਸੇ ਨੇ ਆਪਣੇ ਵਿਚਾਰ ਦੇਣੇ ਨੇ ਤਾਂ ਪਲੀਜ਼ ਉਹ ਹੈਂਡ ਰੇਜ਼ ਰਾਹੀਂ ਦੇ ਸਕਦਾ ਹੈ ਜੀ। ਸੋ ਕਿਸੇ ਦਾ ਹੈਂਡ ਰੇਜ਼ ਨਹੀਂ ਹੈ ਜੀ, ਤਾਂ ਮੈਂ ਹੁਣ ਸਹਿਜਵੀਰ ਸਿੰਘ ਜੀ ਨੂੰ ਰਿਕੁਐਸਟ ਕਰਾਂਗਾ ਕਿ ਉਹ ਇੱਕ ਵਾਰੀ ਸਾਰੇ ਸਲੋਕ ਫਿਰ ਤੋਂ ਪੜ੍ਹ ਲੈਣ ਜੀ।
चरण कमल की मौज को कह कैसे उन्मान, कहबे को शोभा नहीं देखा ही परवान। कबीर चरण कमल की मौज को कह कैसे उन्मान, कहबे को शोभा नहीं देखा ही परवान। कबीर देख कह के कहो कहे न को पतियाए, हर जैसा तैसा ओही रहो हर्क गुण गाए। कबीर देख कह के कहो कहे न को पतियाए, हर जैसा तैसा ओही रहो हर्क गुण गाए। कबीर चुगै चितारै पी चुगै, चुग चुग चितारे, जैसे बचरे कूंज मन माया ममता रे। कबीर चुगै चितारै पी चुगै, चुग चुग चितारे, जैसे बचरै कूंज मन माया ममता रे। वाहेगुरु जी का खालसा, वाहे ਵਾਹਿਗੁਰੂ ਜੀ ਕੀ ਫਤਿਹ।